ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਸੁਖੋ ਟਲ ਗੁਰ ਸੇਵੀਐ, ਅਹਣਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾਂ, ਘਰ ਪਹਿਲਾ। ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਭ ਜਗ ਜਿਨਹਿ ਉਪਾਇਆ ਭਾਈ, ਕਰਨ ਕਾਰਨ ਸਮਰੱਥ। ਜੀਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੇ ਵਥ। ਸਭ ਜਗ ਜਿਨਹਿ ਉਪਾਇਆ ਭਾਈ, ਕਰਨ ਕਾਰਨ ਸਮਰੱਥ। ਜੀਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੇ ਵਥ। ਕਿਨ ਕਹੀਐ ਕਿਉ ਦੇਖੀਐ ਭਾਈ, ਕਰਤਾ ਏਕ ਅਕਥ। ਗੁਰ ਗੋਬਿੰਦ ਸਲਾਹੀਐ ਭਾਈ, ਜਿਸ ਤੇ ਜਾਪੈ ਤਥ। ਮੇਰੇ ਮਨ ਜਪੀਐ ਹਰਿ ਭਗਵੰਤਾ, ਨਾਮ ਦਾਨ ਦੇ ਜਨ ਆਪਣੇ। ਦੁਖ ਦਰਦ ਕਾ ਹੰਤਾ, ਮੇਰੇ ਮਨ ਜਪੀਐ ਹਰਿ ਭਗਵੰਤਾ। ਨਾਮ ਦਾਨ ਦੇ ਜਨ ਆਪਣੇ, ਦੁਖ ਦਰਦ ਕਾ ਹੰਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸ਼ਬਦ ਗੁਰੂ, ਜੁਗੋਂ ਜੁਗਾ ਟਲ ਸਤਿਗੁਰੂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ।
ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹਲਾ ਪੰਜਵਾਂ, ਘਰ ਪਹਿਲਾ ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਰਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 639 ਅਤੇ 640 ਦੇ ਉੱਤੇ ਸਭਾਇਮਾਨ ਨੇ। ਘਰ ਪਹਿਲੇ ਦੇ ਵਿੱਚ ਅਸ਼ਟਪਦੀਆਂ ਦੇ ਵਿੱਚ ਪਾਵਨ ਬਚਨ ਹੈ, ਔਰ ਇਸੇ ਕਰਕੇ ਕਿਉਂਕਿ ਸ਼ਬਦ ਲੰਬੇਰਾ ਹੈ, ਸਾਰੇ ਸ਼ਬਦ ਦਾ ਪਾਠ ਨਹੀਂ ਕੀਤਾ ਕਿਉਂਕਿ ਆਪ ਜੀ ਨੇ ਰਾਗੀ ਸਿੰਘਾਂ ਪਾਸੋਂ ਵੀ ਹੁਣੇ ਸ਼ਬਦ ਸਰਵਣ ਕੀਤਾ ਹੈ, ਔਰ ਹੁਕਮਨਾਮੇ ਇਸ ਤੋਂ ਪਹਿਲੋਂ ਵੀ 3 ਵਾਰੀ ਆਪ ਜੀ ਸਰਵਣ ਕਰ ਚੁੱਕੇ ਹੋ। ਸ਼ਬਦ ਦੇ ਪ੍ਰਾਰੰਭਤਾ ਤੋਂ ਪਹਿਲਾਂ ਮੰਗਲਾਚਰਨ ਹੈ। ਇੱਕ ਓੰਕਾਰ, ਉਹ ਪਰਿਪੂਰਨ ਪਰਮਾਤਮਾ ਜਿਹੜਾ ਇੱਕ ਹੈ, ਅਦੁੱਤੀ ਹੈ, ਜੋ ਸਰਬ ਵਿਆਪੀ ਹੈ। ਸਤਿਗੁਰ ਪ੍ਰਸਾਦ, ਐਸਾ ਪਰਮੇਸ਼ਰ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਭ ਜਗ ਜਿਨੇ ਉਪਾਇਆ ਭਾਈ, ਕਰਨ ਕਾਰਨ ਸਮਰੱਥ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਹਿਲੀਆਂ ਪੰਕਤੀਆਂ ਦੇ ਵਿੱਚ ਬਖਸ਼ਿਸ਼ ਕਰਦੇ ਨੇ ਭਾਈ, ਉਹ ਜਿਹੜੇ ਪਰਿਪੂਰਨ ਪਰਮਾਤਮਾ ਨੇ, ਸਭ ਜਗ ਜਿਨੇ ਉਪਾਇਆ ਭਾਈ, ਜਿਸ ਰੱਬ ਨੇ, ਪਰਮੇਸ਼ਰ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ। ਕਰਨ ਕਾਰਨ ਸਮਰੱਥ, ਉਹ ਪਰਮਾਤਮਾ ਕਿਉਂਕਿ ਸਭ ਕੁਝ ਕਰਨ ਤੇ ਸਭ ਕੁਝ ਕਾਰਨ ਦਾ ਕਰਾਉਣ ਦਾ ਦੇ ਸਮਰੱਥ ਹੈ। ਉਹ ਸਭ ਕੁਝ ਕਰਨ ਵਾਲਾ ਵੀ ਆਪ ਹੈ, ਕਾਰਨ ਵੀ ਆਪ ਹੈ, ਤੇ ਸਾਰੀਆਂ ਤਰ੍ਹਾਂ ਦੇ ਨਾਲ ਸਮਰੱਥ ਹੈ। ਹੁਣ ਸਤਿਗੁਰੂ ਜੀ ਦਾ ਪਾਵਨ ਬਚਨ ਕਿ ਸਭ ਜਗ ਜਿਨੇ ਉਪਾਇਆ ਭਾਈ, ਉਹ ਕੇਵਲ ਇੱਕ ਹੈ ਜਿਹਨੇ ਸਾਰੇ ਸੰਸਾਰ ਪੈਦਾ ਕੀਤਾ ਹੈ। ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਾਂ ਰੋਜ਼ ਪੜ੍ਹਦੇ ਹਾਂ ਜਪਜੀ ਸਾਹਿਬ ਦੇ ਵਿੱਚ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਚੱਲੈ ਲਖ ਦਰਿਆਓ। ਕੀਤਾ ਪਸਾਓ ਏਕੋ ਕਵਾਓ, ਇੱਕ ਬਚਨ ਦੇ ਨਾਲ ਇਹ ਸਾਰਾ ਪਸਾਰਾ ਕੀਤਾ, ਇੱਕ ਹੁਕਮ ਦੇ ਵਿੱਚ ਸਾਰਾ ਪਸਾਰਾ ਹੋਇਆ। ਭਾਵੇਂ ਹਿੰਦੁਸਤਾਨ ਦੇ ਕੁਝ ਲੋਕ ਸਨਾਤਨ ਮਤ ਵਿੱਚ ਮੰਨਿਆ ਜਾਂਦਾ ਹੈ, ਪਰ ਉਹਨਾਂ ਦੀ ਬਨੌਤ ਹੈ ਕਿ ਨਹੀਂ, ਪੈਦਾ ਕਰਨ ਵਾਲਾ ਕੋਈ ਹੋਰ ਹੈ, ਪਾਲਣ ਵਾਲਾ ਕੋਈ ਹੋਰ ਹੈ, ਮਾਰਨ ਵਾਲਾ ਕੋਈ ਹੋਰ ਹੈ। ਪਰ ਧੰਨ ਗੁਰੂ ਅਰਜਨ ਦੇਵ ਜੀ ਵੀ ਬਖਸ਼ਿਸ਼ ਕਰਦੇ ਨੇ ਭਾਈ, ਉਹ ਇੱਕੋ ਹੀ ਹੈ। ਔਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਸਪਸ਼ਟ ਵੀ ਕੀਤਾ ਹੈ ਕਿ ਬ੍ਰਹਮਾ ਵਿਸ਼ਨ ਮਹੇਸ਼ ਉਪਾਏ, ਇਹ ਉਪਾਏ ਨੇ, ਇਹ ਲੋਕਾਂ ਨੂੰ ਪੈਦਾ ਕਰਨ ਵਾਲੇ ਨੇ, ਇਹਨਾਂ ਨੂੰ ਉਪਾਏ, ਇਹਨਾਂ ਨੂੰ ਪੈਦਾ ਕਰਨ ਵਾਲਾ ਰੱਬ ਹੈ, ਪਰਮੇਸ਼ਰ ਹੈ। ਔਰ ਸਤਿਗੁਰੂ ਜੀ ਨੇ ਤਾਂ ਇੱਥੋਂ ਤੱਕ ਬਚਨ ਕਹਿ ਦਿੱਤਾ ਕਿ ਜਿਨ੍ਹਾਂ ਨੂੰ ਇਹ ਮੰਨਿਆ ਜਾਂਦਾ ਕਿ ਬ੍ਰਹਮਾ ਜੀ ਪੈਦਾ ਕਰਨ ਵਾਲਾ ਹੈ, ਵਿਸ਼ਨੂੰ ਜੀ ਰੋਜੀ ਦੇਣ ਵਾਲਾ ਹੈ, ਸ਼ਿਵ ਜੀ ਮਾਰਨ ਵਾਲਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਦੇ ਵਿਚਾਰੇ ਆਪ ਬਿਮਾਰ ਨੇ, ਰੋਗੀ ਨੇ, ਇਹਨਾਂ ਤਿੰਨਾਂ ਨੂੰ ਤੇ ਆਪ ਬੜੀ ਵੱਡੀ ਬਿਮਾਰੀ ਹੈ। ਇਹਨਾਂ ਨੂੰ ਇਹ ਨਹੀਂ ਸਮਝ ਆਈ ਕਿ ਇਹਨਾਂ ਤਿੰਨਾਂ ਨੂੰ ਪੈਦਾ ਕਰਨ ਵਾਲਾ ਕੋਈ ਹੋਰ ਹੈ, ਤੇ ਜਿਹੜਾ ਇਹਨਾਂ ਤਿੰਨਾਂ ਨੂੰ ਪੈਦਾ ਕਰਨ ਵਾਲਾ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਹੀ ਉਹ ਹੈ। ਸਭ ਦੇ ਰੋਜੀ ਰੋਟੀ ਦਾ ਧਿਆਨ ਰੱਖਣ ਵਾਲਾ ਉਹ ਹੈ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਰੋਗੀ। ਇਹਨਾਂ ਨੂੰ ਤਾਂ 3 ਰੋਗ ਨੇ,
ਤਿੰਨੇ ਹੀ ਰੋਗੀ ਨੇ। ਤੇ ਸਤਿਗੁਰੂ ਜੀ ਇਹਨਾਂ ਨੂੰ ਬਿਮਾਰੀ ਕਿਹੜੀ ਲੱਗੀ? ਕਹਿੰਦੇ ਵਿੱਚ ਹੋਮੈ ਕਰਮ ਕਮਾਏ, ਇਹਨਾਂ ਨੇ ਜੋ ਕੁਝ ਕੀਤਾ ਉਹ ਹੋਮੇ ਦੇ ਵਿੱਚ ਰਹਿ ਕੇ ਕੀਤਾ, ਪਰ ਇਹਨਾਂ ਨੂੰ ਸਮਝ ਨਹੀਂ ਲੱਗੀ। ਜਿਨ ਕੀਏ ਤਿਸੇ ਨਾ ਜਾਣੈ ਬੱਪੜੇ, ਇਹ ਵਿਚਾਰੇ ਤੋਂ ਉਹਨੂੰ ਨਹੀਂ ਜਾਣ ਸਕੇ ਜਿਹਨੇ ਇਹਨਾਂ ਨੂੰ ਪੈਦਾ ਕੀਤਾ। ਪਰ ਨਾਲ ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਉਹ ਜਾਣਦੇ ਨੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਵੇ, ਗੁਰਮੁਖ ਸੋਝੀ ਪਾਈ। ਜਿਨ ਕੀਏ ਤਿਸੇ ਨਾ ਜਾਣੈ ਬੱਪੜੇ, ਗੁਰਮੁਖ ਸੋਝੀ ਪਾਈ। ਜਿਹੜੇ ਗੁਰੂ ਦੇ ਸਨਮੁਖ ਹੋ ਗਏ, ਗੁਰੂ ਵਾਲੇ ਬਣ ਗਏ, ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ। ਹੁਣ ਸਭ ਤੋਂ ਪਹਿਲੋਂ ਜਿਨਨੇ ਸਾਰਿਆਂ ਨੂੰ ਪੈਦਾ ਕੀਤਾ ਹੈ ਭਾਈ, ਰਹਾਉ ਦੀਆਂ ਪੰਕਤੀਆਂ ਹਰ ਥਾਂ ਤੇ ਟੁਕਣਗੀਆਂ ਕਿ ਮੇਰੇ ਮਨ ਜਪੀਐ ਹਰ ਭਗਵੰਤਾ। ਮਨਾ ਉਸ ਹਰੀ ਨੂੰ, ਉਸ ਭਗਵੰਤ ਨੂੰ, ਉਸ ਭਗਵਾਨ ਨੂੰ ਜਪ ਜਿਹਨੇ ਸਾਰੇ ਸੰਸਾਰ ਨੂੰ ਪਾਇਆ ਹੈ। ਫਿਰ ਨਾਲ ਭਜਨ ਕੀਤਾ ਕਰਨ ਕਾਰਨ ਸਮਰੱਥ, ਭਈ ਕਿਸੇ ਭੁਲੇਖੇ ਦੇ ਵਿੱਚ ਨਾ ਰਹੀ, ਭਰਮ 'ਚ ਨਾ ਰਹੀ। ਉਹ ਸਭ ਕੁਝ ਕਰਨ ਦੇ, ਸਭ ਕੁਝ ਕਰਾਉਣ ਦੇ ਸਮਰੱਥ ਹੈ। ਉਹ ਕਰਨ ਵਾਲਾ ਵੀ ਆਪ ਹੈ, ਕਰਾਉਣ ਵਾਲਾ ਵੀ ਆਪ ਹੈ, ਕਾਰਨ ਵੀ ਆਪ ਹੈ। ਤੋ ਸਾਰੀਆਂ ਤਰ੍ਹਾਂ ਦੇ ਨਾਲ ਸਮਰੱਥ ਹੈ। ਬਾਬਾ ਕਬੀਰ ਜੀ ਨੇ ਤੇ ਪਾਵਨ ਬਚਨ ਕਹੇ ਨੇ, ਕਹਿੰਦੇ ਉਹ ਇੰਨਾ ਸਮਰੱਥ ਹੈ ਕਿ ਜੇ ਉਹ ਚਾਹੇ ਤੇ ਸਮੁੰਦਰ ਦੇ ਵਿੱਚ ਵੱਡਾ ਪਹਾੜ ਖੜਾ ਕਰ ਦੇ, ਜੇ ਉਹ ਚਾਹੇ ਤੇ ਕੋਈ ਖੂਹ ਨੂੰ ਪਹਾੜ ਬਣਾ ਦੇਵੇ, ਉਹ ਸਮੁੰਦਰ ਨੂੰ ਧਰਤੀ ਬਣਾ ਦੇ, ਖੂਹ ਨੂੰ ਪਹਾੜ ਬਣਾ ਦੇ, ਕਿਉਂਕਿ ਉਹ ਸਮਰੱਥ ਹੈ ਨਾ। ਔਰ ਬਾਬਾ ਕਬੀਰ ਜੀ ਕਹਿੰਦੇ ਨੇ ਉਹ ਤੇ ਇੰਨਾ ਸਮਰੱਥ ਹੈ, ਕੋਈ ਧਰਤੀ ਤੇ ਜਿਹਨੂੰ ਆਮ ਲੋਕ ਕਹਿੰਦੇ ਨੇ ਗਰੀਬ ਕਹਿ ਕੇ ਤੇ ਕੀੜਾ ਮਕੌੜਾ ਕਹਿ ਕੇ ਜਿਹਨੂੰ ਮਸਲਣ ਦਾ ਯਤਨ ਕਰਦੇ ਨੇ, ਉਹ ਚਾਹੇ ਤੇ ਉਸ ਧਰਤੀ ਦੇ ਕੀੜੇ ਨੂੰ ਅਸਮਾਨ ਤੇ ਚੜਾ ਸਕਦਾ ਹੈ। ਤੇ ਜਿਹੜੇ ਹੰਕਾਰ ਦੀ ਟੀਸੀ ਤੇ ਪਹਿਲੋਂ ਜੜੇ ਹੋਏ ਨੇ ਸਮਾਨੀ, ਉਹਨਾਂ ਨੂੰ ਇੱਕ ਪਲ ਦੇ ਵਿੱਚ ਲਿਆ ਕੇ ਮਿੱਟੀ 'ਚ ਰੋਲ ਸਕਦਾ ਹੈ। ਕਰਨ ਕਾਰਨ ਸਮਰੱਥ ਉਹਦੇ ਇੰਨਾ ਸਮਰੱਥ ਹੈ ਕਿ ਜਿਹਨੂੰ ਲੋਕ ਮੂਰਖ ਕਹਿੰਦੇ ਨੇ, ਜਿਹਨੂੰ ਲੋਕ ਗੂੰਗਾ ਤੇ ਬਹਿਰਾ ਵੀ ਕਹਿੰਦੇ ਸਨ, ਕਿ ਉਹ ਚਾਹੇ ਤੇ ਉਸ ਮੂਰਖ ਨੂੰ ਇੱਕ ਪਲ ਦੇ ਵਿੱਚ ਪੰਡਿਤ ਵਿਦਵਾਨ ਬਣਾ ਸਕਦਾ ਹੈ। ਔਰ ਵਿਦਿਆ ਦੇ ਹੰਕਾਰੀ ਨੂੰ ਇੱਕ ਪਲ ਦੇ ਵਿੱਚ ਉਹ ਮੂਰਖ ਬਣਾ ਦਿੰਦਾ ਹੈ। ਔਰ ਬਾਬਾ ਕਬੀਰ ਜੀ ਦਾ ਪਾਵਨ ਬਚਨ ਹੈ, ਕਹਿੰਦੇ ਜਲ ਤੇ ਥਲ ਕਰ, ਥਲ ਤੇ ਕੂਆ, ਕੂਹ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਫਿਰ ਕਹਿੰਦੇ ਨੇ ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਣ ਤੇ ਜੋ ਨਾਰੀ। ਉਹਨਾਂ ਦੇ ਅਰਥ ਭਾਵੇਂ ਕਈ ਵਾਰੀ ਕੀਤੇ ਨੇ, ਕਹਾਣੀਆਂ ਭਾਵੇਂ ਜੋੜੀਆਂ ਜਾਂਦੇ ਨੇ ਕਿ ਇੱਕ ਔਰਤ ਨੂੰ ਮਰਦ ਬਣਾ ਦਿੱਤਾ, ਪਰ ਅਸਲ ਵਿੱਚ ਭਾਵ ਅਰਥ ਹੈ ਕਿ ਬਾਬਾ ਕਬੀਰ ਜੀ ਕਹਿੰਦੇ ਨੇ ਰੱਬ ਜੀ ਤੂੰ ਬੜਾ ਬੇਅੰਤ ਹੈ, ਜਿਹੜਾ ਪੁਰਖ ਤੋਂ ਨਾਰੀਆਂ ਪੈਦਾ ਕਰ ਰਿਹਾ ਔਰ ਨਾਰੀ ਤੋਂ ਪੁਰਖ ਪੈਦਾ ਕਰ ਰਿਹਾ ਹੈ। ਉਰੇ ਤੇ ਸਾਨੂੰ ਹੁਣ ਸਮਝ ਵੀ ਲੱਗ ਗਈ, ਸਾਇੰਸ ਵੀ ਮੰਨਦੀ ਹੈ। ਪੁਰਖ ਕਰਕੇ ਇੱਕ ਬੱਚੇ ਦਾ ਜਨਮ ਹੁੰਦਾ ਔਰ ਇੱਕ ਔਰਤ ਕਰਕੇ ਮਰਦ ਦਾ ਜਨਮ ਹੈ। ਇਸੇ ਨੂੰ ਕਹਿੰਦੇ ਨਾਰੀ ਤੇ ਜੋ ਪੁਰਖ, ਪੁਰਖਣ ਤੇ ਜੋ ਨਾਰ ਕਰਾਵੈ। ਬਾਬਾ ਕਬੀਰ ਜੀ ਕਹਿੰਦੇ ਨੇ ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਣ ਤੇ ਜੋ ਨਾਰੀ। ਕਹੋ ਕਬੀਰ ਸਾਧੂ ਕੋ ਪ੍ਰੀਤਮ, ਤਿਸ ਮੂਰਤ ਬਲਹਾਰੀ। ਬਾਬਾ ਕਬੀਰ ਜੀ ਕਹਿੰਦੇ ਨੇ ਉਸ ਮੂਰਤ ਨੂੰ, ਉਸ ਰੱਬ ਨੂੰ, ਪਰਮੇਸ਼ਰ ਤੋਂ ਬਲਹਾਰ ਜਾਈਏ, ਜਿਹੜਾ ਆਪਣੇ ਭਗਤ ਜਨਾਂ ਦਾ ਬੜਾ ਪਿਆਰਾ ਹੈ, ਜਿਹੜਾ ਸਭ ਕੁਝ ਕਰਨ ਤੇ ਕਰਾਉਣ ਦੇ ਸਮਰੱਥ ਹੈ। ਜਿਉ ਪਿੰਡ ਜਨ ਸਾਜਿਆ ਭਾਈ, ਦੇ ਕਰ ਆਪਣੇ ਵੱਥ। ਕਹਿੰਦੇ ਉਸ ਰੱਬ ਨੇ, ਪਰਮੇਸ਼ਰ ਨੇ ਇਹ ਜੀਓ, ਜੀਓ ਜਾਨ, ਪਿੰਡ ਇਹ ਸਰੀਰ, ਕੱਲਾ ਸਰੀਰ ਨਹੀਂ ਸਾਜਿਆ, ਸਰੀਰ ਸਾਜ ਕੇ ਇਹਦੇ ਵਿੱਚ ਜੀਓ ਪਾਈ, ਜਿੰਦ ਪਾਈ, ਇਹਨੂੰ ਸਾਜਿਆ ਹੈ। ਕਹਿੰਦੇ ਜਿਉ ਪਿੰਡ ਜਿਨ ਸਾਜਿਆ ਭਾਈ, ਦੇ ਕਰੇ ਆਪਣੇ ਵੱਥ। ਤੇ ਇਸ ਪਿੰਡ ਵਿੱਚ ਜੀਓ ਕੋਈ ਹੋਰ ਨਹੀਂ, ਉਹਦੀ ਆਪਣੀ ਵਸਤੂ ਹੈ, ਜਿਹਨੂੰ ਸਤਿਗੁਰੂ ਜੀ ਕਹਿੰਦੇ ਨੇ ਸਭ ਮੈਂ ਜੋਤ, ਜੋਤ ਹੈ ਸੋਏ ਆਪਣੀ ਹੀ ਜੋਤ ਅੰਦਰ ਟਿਕਾਈ ਹੈ। ਫਿਰ ਕਹਿੰਦੇ ਕਿਨ ਕਹੀਐ ਕਿਉਂ ਦੇਖੀਐ ਭਾਏ, ਕਰਤਾ ਇਹ ਕਿਆ ਕਥ।
कहते वो रब परमेश्वर बड़ा आश्चर्य है, हैरान करने वाला है। तो हैरान की है जी, कहते किन कहीए, किनू जपीए, किनू कहीए, किनू ध्याईए, क्यों देखिए, उस रब नूं किवें वेखीए जी। देखा जा सकता है जिन्हों गुरु साहब जी कहते हैं उनका कोई रूप नहीं, कोई रंग नहीं, कोई रेख नहीं, कोई चक्र भी नहीं, चिन्ह भी नहीं, उस रब नूं वेखीए किवें। हुण धन गुरु अर्जन देव महाराज जी ने 2 सवाल किए ने, क्यों कहीए, उनके बारे की कहीए भाई, किन कहीए, किनू कहीए, तो क्यों देखिए, किवें वेखीए भाई, उन्होंने अखां नाल तो वेखिया नहीं जा सकता। फिर कहते करता एक या कथ, वो जिहड़ा सारिਆਂ ਦਾ करता है, सारिਆਂ ਨੂੰ पैदा करने वाला है, वो है भी अकथ, है भी एक। तो जे वो अकथ है, कथन तो बाहर है, कथया नहीं जा सकता, तो फिर कथन करना नहीं चाहिए। ये सतगुरु जी कहते हैं भाई जिन्ना कर सकना कर, पर कथन कर करके भी उनके बारे कुछ नहीं कथन किया जा सकता, कुछ नहीं किया जा सकता, इन्ना बेअंत है। हाँ जे कुछ करना है तो गुरु साहब जी कहते हैं इक्को गल कर, गुर गोबिंद सदा ही है भाई, जिस ते जापै तथ, अपने गुरु नूं गोबिंद रब नूं सलाहना चाहिए, उहदी सिफत सलाह रज के करनी चाहिए है, जिंदे तो सानू असली तत्थ की समझ लगती है कि मैं कौन हाँ संसार ते आया तो कहदे नहीं आया। मेरे मन जपिया हर भगवंता, हे मेरे मन ऐसे भगवंत, ऐसे रब परमेश्वर नूं जपना चाहिए है। कैसे परमेश्वर नूं जी, कहते नाम दान दे जन अपने, दुख दर्द का हंता, जड़े अपने भगत जनां नूं, सेवकां नूं, सिखां नूं नाम का दान दिंदा है। जेड़ा अपने भगत जना, अपने गुरसिखां दे दुख दर्द का हंता, सारे दुखों दर्दां का नाश करने वाला है। मना उन्होंने जप नूं जपना चाहिए है। रहाओ जाकै घर सब किश है भाई, नौ नित भरे भंडार, कहते भाई ऐसे रब नूं जपना चाहिए जिंदे घर विच सब कुछ है। एक तो शब्द वरते जाता ना बहुत कुछ है, पर धन गुरु अर्जन देव जी कहते हैं भाई बहुत कुछ नहीं, सारा ही कुछ है। जो कदे तू सोचा भी नहीं होना, कदे तेरे दिलों दिमाग में आया भी नहीं होना, उनके घर में वो भी है, जिन्हों धन गुरु अमरदास महाराज जी रोज कहते हैं कि साचे साहिबा क्या नहीं करते रह, करता तेरा सब कुछ है, पर नाल अगला शब्द वरत्या जिस देह सो पावे, जिन्हों कृपा करके तू देवे उन्होंने सारा कुछ मिलता भी है। और सतगुरु जी ने पावन वचन किया है कि जिंदे घर विच फिर सब कुछ है, जो मांगे ठाकुर अपने ते, सोई सोई देवै, फिर उन्होंने देंदा भी है, पर मंगया मिलता उन्होंने है। जिन्हों गुरु साहब जी कहते हैं मेरे मन जपिया हर भगवंता, जिन्हों ने जपिया है, जिन्हों का मन परमेश्वर के चरणों में जुड़िया है। जाकै घर सब किश है भाई, नौनित भरे भंडार, सारा ही कुछ और भंडारे भरे पे ने। वो भंडारे किहड़े ने जिन्हों धन गुरु अर्जन देव जी ने पावन वचन कहे ने कि खावै खर्चा रल मिल भाई, टोट न आवे वध दो जाई, जिन्ना खाओगे जिन्ना खर्चोगे टोट ही नहीं होनी, वध ही जाना है। और कई बार बेनती की भावें शब्द लंगर वारी पढ़िया जाता है, पर यह शब्द लंगर वास्ते नहीं कि लंगर घटता नहीं, ये शब्द रुपये वास्ते नहीं कि इन्हूं जिन्ना खाओगे जिन्ना खर्चोगे वधेगा घटेगा नहीं। रुपये भी घटणगे, लंगर जिन्ना बने भाई वो घट ही जाना है। 100 बंदे का बने 300 छक जाएगा, वध तो वध, पर वो आखिर में खत्म होना, मुक जाना है। पर वो किहड़ा खजाना है जिहड़ा खाइए खर्चीए, जिन्ना वंडीए उन्ना वधदा है। असल में वो गुणा का खजाना है, वो नाम का खजाना है। हुण गुण किसी भी तरह का हो, कोई धार्मिक गुण हो, किसी को कथा का गुण हो, कीर्तन का गुण हो,
ਗੁਣ ਤੇ ਕਿਸੇ ਵੀ ਤਰ੍ਹਾਂ ਦਾ ਹੋਵੇ, ਕਿਸੇ ਨੂੰ ਕੋਈ ਨਾਟਿਕਸ ਨਾ ਆਉਂਦਾ ਹੋਵੇ, ਕੋਈ ਮੋਟਰ ਦਾ ਮਕੈਨਿਕ ਹੋਵੇ, ਤੇ ਜੋ ਆਪਣਾ ਗੁਣ ਅੱਗੇ ਵੰਡੇਗਾ ਤੇ ਕਦੇ ਦੇਖੋ ਗੁਣ ਕਦੇ ਵੰਡਣ ਦੇ ਨਾਲ ਘਟਦਾ ਤੇ ਨਹੀਂ, ਉਹ ਸਗੋਂ ਵਧੇਗਾ। ਕਿਉਂ ਵਾਰੀ ਸਿਖਾਉਂਦੇ ਕਈ ਕੁਛ ਬੰਦਾ ਆਪ ਬੜਾ ਕੁਛ ਸਿੱਖ ਜਾਂਦਾ ਹੈ। ਹੁਣ ਸਤਿਗੁਰੂ ਜੀ ਕਹਿੰਦੇ ਨੇ ਉਹ ਗੁਣਾਂ ਦਾ ਭੰਡਾਰ ਹੈ, ਔਰ ਖਜ਼ਾਨਾ ਭਰਿਆ ਪਿਆ ਹੈ। ਨੌ ਨਿਤ ਭਰੇ ਭੰਡਾਰ, ਤਿਸ ਕੇ ਕੀਮਤ ਨਾ ਪਵੈ ਭਾਏ, ਉੱਚਾ ਅਗੰਮ ਅਪਾਰ। ਭਾਈ ਉਸ ਰੱਬ ਦੇ ਪਰਮੇਸ਼ਰ ਦੀ ਕੀਮਤ ਨਹੀਂ ਪਾਈ ਜਾ ਸਕਦੀ, ਕਿਉਂਕਿ ਬੜਾ ਉੱਚਾ ਹੈ, ਅਗੰਮ ਕਿ ਜਿੱਥੋਂ ਤੱਕ ਗੰਮਿਆ ਨਹੀਂ ਜਾ ਸਕਦਾ, ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ। ਅਪਾਰ ਹੈ, ਉਹਦਾ ਪਾਰਾਵਾਰ ਕੋਈ ਨਹੀਂ। ਜੇ ਜੰਤ ਪ੍ਰਤਪਾਲ ਦਾ ਭਾਏ, ਨਿਤ ਨਿਤ ਕਰਦਾ ਸਾਰ। ਉਸ ਪਰਮੇਸ਼ਰ ਨੇ ਜਿੰਨੇ ਜੀ ਜੰਤ ਪੈਦਾ ਕੀਤੇ ਨੇ, ਕੇਵਲ ਮਨੁੱਖ ਨਹੀਂ, ਜੀ ਤੇ ਨਾਲ ਜੰਤ ਸ਼ਬਦ ਵਰਤਿਆ ਹੈ, ਜੀ ਜੰਤ, ਜਿਹਨੂੰ ਗੁਰੂ ਸਾਹਿਬ ਨੇ ਪਾਵਨ ਬਚਨ ਇਹ ਵੀ ਕਹੇ ਨੇ ਕਿ ਲੱਖ 84 ਜੂਨ ਸੁਭਾਏ, ਮਾਨਸ ਕੋ ਪ੍ਰਭ ਦੀ ਵਡਿਆਈ। ਭਾਵੇਂ ਮਨੁੱਖਾ ਦੇਹ ਨੂੰ ਬੜੀ ਵਡਿਆਈ ਮਿਲੀ, ਪਰ ਕਹਿੰਦੇ ਨੇ ਉਹ ਸਾਰਿਆਂ ਦੀ ਪ੍ਰਤਿਪਾਲਨਾ ਕਰਦਾ ਹੈ। 84 ਲੱਖ ਜੂਨ ਉਪਾਈ, ਰਿਜਕ ਦਿਆ ਸਭ ਹੂੰ ਕੋ ਤਦ ਕਾ। ਸਭ ਦਾ ਮਤਲਬ ਸਾਰਿਆਂ ਦੀ ਪ੍ਰਤਿਪਾਲਨਾ ਕਰਦਾ ਹੈ। ਜੇ ਜੰਤ ਪ੍ਰਤਪਾਲਦਾ ਭਾਈ, ਨਿਤ ਨਿਤ ਕਰਦਾ ਸਾਰ। ਸਤਿਗੁਰ ਪੂਰਾ ਭੇਟਿਆ ਭਾਈ, ਸ਼ਬਦ ਮਿਲਾਵਣ ਹਾਰ। ਸਤਿਗੁਰ ਪੂਰਾ ਭੇਟਿਆ ਭਾਈ, ਭੇਟਿਆ ਦਾ ਅਰਥ ਮਿਲਣਾ ਚਾਹੀਦਾ ਹੈ। ਐਸੇ ਪੂਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ, ਪੂਰੇ ਗੁਰੂ ਦੇ ਲੜ ਲੱਗਣਾ ਚਾਹੀਦਾ, ਗੁਰੂ ਵਾਲਾ ਬਣਨਾ ਚਾਹੀਦਾ ਹੈ। ਤੇ ਸਤਿਗੁਰੂ ਜੀ ਗੁਰੂ ਮਿਲੇ ਕਿਵੇਂ, ਗੁਰੂ ਵਾਲੇ ਬਣੀਏ ਕਿਵੇਂ? ਕਹਿੰਦੇ ਸ਼ਬਦ ਮਿਲਾਵਣ ਹਾਰ। ਸ਼ਬਦ ਦੇ ਦੱਦੇ ਨੂੰ ਸਿਆਰੀ ਹੈ। ਸ਼ਬਦ ਦੇ ਰਾਹੀਂ ਗੁਰੂ, ਸ਼ਬਦ ਦੇ ਮਿਲਾਉਣ, ਸ਼ਬਦ ਦੇ ਰਾਹੀਂ ਉਸ ਰੱਬ ਪਰਮੇਸ਼ਰ ਨੂੰ ਮਿਲਾਉਣ ਦੇ ਸਮਰੱਥ ਹੈ। ਮਿਲਾਵਣ ਹਾਰ, ਜਿਹੜਾ ਮਿਲਾਉਣ ਦੇ ਯੋਗ ਹੋਵੇ। ਸ਼ਬਦ ਦੇ ਰਾਹੀਂ ਕੇਵਲ ਗੁਰੂ ਉਸ ਰੱਬ ਦੇ ਨਾਲ ਸਾਂਝ ਪਾਉਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਸੱਚੇ ਚਰਨ ਸਰੇਵੀਐ ਭਾਈ, ਭ੍ਰਮ ਭਉ ਹੋਵੈ ਨਾਸ। ਆਪਣੇ ਸੱਚੇ ਗੁਰੂ ਦੇ ਚਰਨ ਸਿਮਰਨੇ ਚਾਹੀਦੇ ਨੇ, ਸੇਵਣੇ ਚਾਹੀਦੇ ਨੇ। ਔਰ ਫਿਰ ਭੁਲੇਖਾ ਕਈ ਵਾਰੀ ਪੈ ਜਾਂਦਾ ਹੁਣ ਗੁਰੂ ਦੇ ਚਰਨ ਕਿਹੜੇ ਨੇ? ਗੁਰੂ ਤੇ ਗੁਰੂ ਗ੍ਰੰਥ ਸਾਹਿਬ ਹੈ। ਤੇ ਜਦੋਂ ਚਰਨ ਸ਼ਬਦ ਵਰਤਿਆ ਜਾਏ, ਸਾਡਾ ਧਿਆਨ ਜਾਂਦਾ ਸਰੀਰ ਦੇ ਪੈਰਾਂ ਵਾਲੇ ਪਾਸੇ ਕਿ ਚਰਨ ਕੇਵਲ ਹੀ ਨੇ। ਪਰ ਗੁਰੂ ਸਾਹਿਬ ਨੇ ਸ਼ੰਕੇ ਸਾਡੇ ਖਤਮ ਕੀਤੇ ਨੇ। ਹਿਰਦੇ ਸ਼ਬਦ ਸਤਿਗੁਰੂ ਕੋ, ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸ ਜੇ, ਇਹੀ ਗੁਰੂ ਦੇ ਚਰਨ ਨੇ। ਗੁਰੂ ਦੇ ਚਰਨ ਗੁਰੂ ਦਾ ਸ਼ਬਦ ਹੈ। ਗੁਰੂ ਦੇ ਸ਼ਬਦ ਨੂੰ ਸਿਮਰਨਾ ਚਾਹੀਦਾ ਭਾਈ। ਭਰਮ ਭਉ ਹੋਵੇ ਨਾਸ, ਇਹਦੇ ਨਾਲ ਸਾਰੇ ਭਰਮ, ਸਾਰੇ ਭਉ ਦੂਰ ਹੋ ਜਾਣਗੇ, ਨਾਸ ਹੋ ਜਾਣਗੇ। ਔਰ ਇਸੇ ਨੂੰ ਗੁਰੂ ਸਾਹਿਬ ਜੀ ਕਿਰਪਾ ਕਹਿੰਦੇ ਨੇ ਕਿ ਗੁਰੂ ਦੀ ਕਿਰਪਾ ਅਸਲ ਵਿੱਚ ਹੈ ਹੀ ਹੈ, ਜਦੋਂ ਅੰਦਰੋਂ ਭਰਮ ਤੇ ਭਉ ਨਾਸ ਹੋ ਜਾਣ ਤੇ ਹੋਣਗੇ ਤਾਂ ਜਦੋਂ ਚਰਨ ਵਸਣਗੇ। ਚਰਨ ਗੁਰੂ ਦਾ ਸ਼ਬਦ ਹੈ, ਤੇ ਸ਼ਬਦ ਕੀ ਹੈ? ਗੁਰੂ ਦਾ ਗਿਆਨ ਹੈ, ਜਿਹਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਨੰਦ ਸਾਹਿਬ ਦੇ ਵਿੱਚ ਹੀ ਸਮਝਾਇਆ ਹੈ ਕਿ ਕਿਵੇਂ ਭਰਮ ਭਉ ਨਾਸ ਹੋਣਗੇ ਜੀ। ਕਹਿੰਦੇ ਕਰ ਕਿਰਪਾ ਕਿਲ ਵੇਖ ਕੱਟੇ, ਗਿਆਨ ਅੰਜਨ ਸਾਰਿਆ। ਜਦੋਂ ਗੁਰੂ ਨੇ ਕਿਰਪਾ ਕੀਤੀ, ਸਾਡੇ ਪਾਪ ਕੱਟ ਦਿੱਤੇ। ਤੇ ਪਾਪ ਕਿਵੇਂ ਕੱਟੇ? ਜਦੋਂ ਗਿਆਨ ਅੰਜਨ ਸਾਰਿਆ, ਜਦੋਂ ਗਿਆਨ ਦਾ ਸੁਰਮਾ ਅੱਖਾਂ ਵਿੱਚ ਪਾਇਆ, ਗਿਆਨ ਬਖਸ਼ਿਆ। ਬਸ ਗੁਰੂ ਦੇ ਸ਼ਬਦ ਨਾਲ ਉਹ ਜਦੋਂ ਗਿਆਨ ਆਇਆ, ਗਿਆਨ ਦੇ ਨਾਲ ਭਰਮ ਤੇ ਭਉ ਨਾਸ ਹੋ ਗਏ। ਮਿਲ ਸੰਤ ਸਭਾ ਮਨ ਮਾਂਜਿਐ ਭਾਈ, ਹਰ ਕੈ ਨਾਮ ਨਿਵਾਸ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਭਾਈ ਜੇ ਤੂੰ ਚਾਹੁੰਦਾ ਹੈ ਅੰਦਰ ਦੇ ਭਰਮ ਤੇ ਭਉ ਨਾਸ ਹੋ ਜਾਣ, ਫਿਰ ਆਪਣੇ ਮਨ ਨੂੰ ਮਾਂਜਣਾ ਚਾਹੀਦਾ ਹੈ। ਮਿਲ ਸੰਤ ਸਭਾ ਮਨ ਮਾਂਜੀਐ। ਪਾਠ ਕਰਨ ਲੱਗੇ ਜ਼ਰੂਰ ਧਿਆਨ ਦੇਣਾ, ਮਾਂਜੀਐ, ਜਿਵੇਂ ਭਾਂਡੇ ਮਾਂਜੀਦੇ ਨੇ। ਮੰਮੇ ਦੇ ਉੱਤੇ ਬਿੰਦੀ ਹੈ, ਮਾਂਜੀਐ ਨਹੀਂ ਬੋਲਣਾ, ਮਾਂਜੀਐ। ਭਾਂਡੇ ਮਾਂਜੀਦੇ ਨੇ ਨਾ, ਭਾਂਡੇ ਮਾਂਜ ਕੇ ਗੁਰੂ ਕਰਦੇ ਸੀ, ਕਹਿੰਦੇ ਸੇਵਾ ਕੀਤੀ। ਬੇਸ਼ੱਕ ਸੇਵਾ ਹੈ, ਪਰ ਅਸਲ ਸੇਵਾ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜਿਵੇਂ ਭਾਂਡੇ ਮਾਂਜ ਕੇ ਭਾਂਡੇ ਨੂੰ ਸਾਫ਼ ਕਰਨਾ, ਉਵੇਂ ਮਨ ਨੂੰ ਮਾਂਜ। ਪੂਰੇ ਪਾਵਨ ਬਚਨ ਭਾਵੇਂ ਬੇਨਤੀ ਕਹੇ ਨੇ, ਕਿਉਂਕਿ ਸ਼ਬਦ ਵੀ ਲੰਬਾ ਹੈ।
पर यह मत पापा के संग वो धुपै नावे के रंग। तो बार बार नावे नूं क्यों जपना है जे नाम के रंग नाल धुपदा है। बर्तन मांजना होवे तो केवल इक्को वारी हथ नहीं फेरिया जाता, बार बार घुमाया जाता है। बार बार जप, बार बार सिमर, शब्द नूं बार बार विचार, अंदर मांझिया जाएगा भाई। तो कित्थे मांझिया जाना है? संत सभा दे विच। संत चोला नहीं, संत सभा ये है जिथे आप जी बैठे हो, गुरु की सभा, सत संगत। मिल संत सभा मन मांझिया भाई, हर कै नाम निवास। मन मांझिया जाएगा, हरि दे नाम का निवास हो जाएगा। मिटे अंधेरा अज्ञानता भाई, कमल होवै प्रकाश। जदों मन मांझिया गया, अंदरों अज्ञानता का हनेरा दूर हो जाएगा। अंदर इवें प्रकाश हो जाएगा जिवें कौल का फुल सूरज नूं वेख के खिड़ उठदा है। गुर बचने सुख उपजै भाई, सब फुल सतगुर पास। भाई गुरु के बचनों तो सारे सुख पैदा होते हैं, गुरु के बचनों तो सारे सुख मिलते हैं। सब फल सतगुर पास, क्योंकि सारे फल गुरु के नाम के विच ने, गुरु के कोल ने। मेरा तेरा छोड़िया भाई, हुई है सबकी धूर। इसलिए जे चाहना कि सारे फल मिलन, फिर गुर बचनी सुख पाई है। तो बचनों को केवल सुन के नहीं सुख मिलना, बचनों को केवल पढ़ के सुख नहीं मिलना, और बचनों को कला विचार के भी सुख नहीं मिलना। करने तिन्ने काम ने, सुन के पढ़ के विचार के उन्होंने बचनों को कमाना है, जीवन में लैके आना, सुख तां मिलते हैं। तो गुरु का बचन है कि जी हुण ये बचन असीं कमाना है कि मेरा तेरा छुटिया भाई, हुई है सबके धूर। क्या मेर ते छड्ड दे भाई, मैं सिख तू हिंदू, फलाना मुसलमान, फलाना वो है, मैं जट तू सैनी। असीं तो सिख ही आपस में वंडे गए, इतों तक गुरु घर भी वंड दिते कि फलाना गुरुद्वारा है। और शब्द कई बार बेनती की, शब्द वरत्या जाता गुरुद्वारा, लिखिया होंदा जट्टां दा गुरुद्वारा, ये रामगढ़ियां दा गुरुद्वारा। फिर गुरुद्वारा तो गुरु का होंदा, जे रामगढ़ियां दा फिर गुरुद्वारा के क्यों लिखिया कोई? खैर सतगुरु जी कृपा करन, कहते मेरा तेरा अंदरों छड्ड पाई, सारे दे चरणों की तोड़ तो पावे, अंदर निमरता लैके आ। सारे सुख मिल गए, सारे सुख गुरु के कोल ने। बस इन्हां बचनों को कमाना है। घट घट ब्रह्म पसारिया भाई, वेख्या सुना हजूर। तो जिहड़ा बचनों को कमाउंदा फिर उन्होंने पता लगता है कि वो रब परमेश्वर घट घट ब्रह्म पसारिया भाई। उस ब्रह्म ने, रब ने सारिਆਂ ਦੇ ਵਿੱਚ अपने आप को पसारिया होया है। वेख्या सुना हजूर, वो सदा ही साडे अंग संग है, सानू हर वेले वेखदे, साडी हर एक गल नूं सुन भी रहा है। वो अन्ना बोला तो गूंगा नहीं, क्योंकि सानू लगता हुण गुरुद्वारे बैठे हैं कि हुण माड़ा नहीं बोलना। तो जे बाहर जाके माड़ा बोलिया जाता तो मतलब असीं गुरु नूं हाज़र नाज़र जानी, रब नूं असीं समझे कि असीं तो गुरुद्वारे छड्ड आए। खैर सतगुरु जी कहते हैं भाई हाज़र नाज़र है, परमेश्वर सारिਆਂ ਦੇ ਵਿੱਚ ही है, तो फिर वो वेखदा भी सुनता भी है। जित दिन विसरै पार ब्रह्म भाए, तित दिन मरिया झूर। तो जदों ये गल जिन्हों समझ आ जाए, सारिਆਂ ਦੀ अवस्था नहीं, जिन्हों समझ आ जाए उन्होंने लगता कि जित दिन विसरै पार ब्रह्म भाई, जिस दिन रब भुलदा ना भाई, उस तरह इस तरह लगता उस दिन कि तित दिन मरीए झूर, अज तो झूर झूर के मर जाना है। और जेड़े नितनेमी ने वो इस गल को समझते हैं कि जे नहीं होया तो लगता कि अज जिवें जिंद निकलनी है। और धन गुरु नानक साहब ने पावन बचन कहे हैं, ये सिर्फ अवस्था उन्होंने दी है जिन्होंने समझ आ गई कि आखां जीवां विसरै मर जाओ। उस दिन लगता है झूर झूर के मर जाना है। प्रेम पदार्थ नाम है भाई, तित दिन मरिए झूर। करण करावन समर्थो भाई, सर्ब कला भरपूर। सतगुरु जी फिर उत्थे दूर लाउंदे ने भाई, वो करन ते कराउण दे समर्थ है भाई।
ਸਾਰੀਆਂ ਤਾਕਤਾਂ ਉਸ ਪਰਮੇਸ਼ਰ ਦੇ ਹੱਥ ਨੇ, ਉਹ ਆਪ ਮਾਲਕ ਹੈ। ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਵਿਨਾਸ਼। ਉਸ ਰੱਬ ਗੁਰੂ ਤੋਂ ਪ੍ਰੇਮ ਪਦਾਰਥ ਮਿਲਦਾ ਹੈ। ਪ੍ਰੇਮ ਪਦਾਰਥ ਹੈ ਕਿ ਉਹਦਾ ਨਾਮ। ਤੇ ਜਦੋਂ ਉਹ ਨਾਮ ਪਦਾਰਥ ਅੰਦਰ ਵਸ ਜੇ, ਫਿਰ ਕਹਿੰਦੇ ਨੇ ਮਾਇਆ ਮੋਹ ਵਿਨਾਸ਼। ਫਿਰ ਅੰਦਰ ਦੇ ਮਾਇਆ ਦੇ ਸਾਰੇ ਮੋਹ ਵਿਣਸ ਜਾਂਦੇ ਨੇ, ਭੰਗ ਹੋ ਜਾਂਦੇ ਨੇ। ਤਿਸ ਭਾਵੈ ਤਾਂ ਮੇਲ ਲੈ ਭਾਈ, ਹਿਰਦੈ ਨਾਮ ਨਿਵਾਸ। ਹੁਣ ਦੇਖੋ, ਇਹ ਸਾਰਾ ਕੁਝ ਅਸੀਂ ਕਰਨਾ ਹੈ। ਗੁਰੂ ਦੇ ਬਚਨਾਂ ਨੂੰ ਸੁਣਨਾ ਹੈ, ਪੜ੍ਹਨਾ ਹੈ, ਵਿਚਾਰਨਾ ਹੈ, ਜੀਵਨ ਵਿੱਚ ਲੈ ਕੇ ਆਉਣਾ ਹੈ। ਤੇ ਜੇ ਸਾਰਾ ਕੁਝ ਕਰਕੇ ਆਪਾਂ ਕਹੀਏ ਕਿ ਸਾਡਾ ਹੱਕ ਹੋ ਗਿਆ, ਤੇ ਗੁਰੂ ਸਾਹਿਬ ਦੇ ਬਚਨ ਜ਼ਰੂਰ ਚੇਤੇ ਰੱਖਣੇ ਨੇ, ਭਈ ਹੱਕ ਨਹੀਂ। ਤਿਸ ਭਾਵੇ ਤਾਂ ਮੇਲ ਲੈ ਭਾਈ, ਉਹਨੂੰ ਭਾਵੇ ਤੇ ਆਪਣੇ ਨਾਲ ਮਿਲਾਉਂਦਾ ਹੈ। ਕਿਉਂਕਿ ਜਿਹੜੀ ਗੁਰਸਿੱਖੀ ਹੈ ਨਾ, ਗੁਰਸਿੱਖ, ਸਿੱਖ ਸ਼ਬਦ ਆਪਾਂ ਵਰਤਨੇ ਆ। ਔਰ ਸਿੱਖ ਦੇ ਕੁਝ ਠੇਕੇਦਾਰ ਨੇ ਜਿਹੜੇ ਸਿੱਖੀ ਦੇ ਠੇਕੇਦਾਰ ਬਣ ਕੇ ਰਹਿ ਗਏ ਕਿ ਦੇਖੋ ਜੋ ਕੁਝ ਅਸੀਂ ਕਰਨਾ ਇਹ ਕੁਝ ਤੁਸੀਂ ਕਰੋ, ਜੋ ਅਸੀਂ ਕਹਿੰਦੇ ਆਖਰੀ ਸੱਚ ਇਹ ਹੈ। ਔਰ ਸਤਿਗੁਰੂ ਜੀ ਕਿਰਪਾ ਕਰਨ ਖੇਮਾ ਮੈਂ ਮੰਗ ਲਵਾਂ, ਮੈਂ ਤੇ ਇਹ ਕਹਿਣਾ ਕਿ ਸਿੱਖੀ ਕਿਸੇ ਦੇ ਪਿਓ ਦੀ ਨਹੀਂ। ਔਰ ਮੈਂ ਨਹੀਂ ਕਹਿੰਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਇਹ ਸਿੱਖੀ ਕਿਸੇ ਦੇ ਪਿਓ ਦੀ ਹੈ। ਵੀ ਜੇ ਦਾਦੇ ਨੇ ਸਿੱਖੀ ਕਮਾਈ, ਉਹ ਤੇ ਸਿੱਖ ਹੈ। ਪੋਤੇ ਨੇ ਨਾਮ ਅੰਮ੍ਰਿਤ ਛਕਿਆ, ਨਾ ਉਹਨੇ ਕੇਸ ਰੱਖੇ, ਤੇ ਕਹਿਣ ਨੂੰ ਤਾਂ ਉਹ ਵੀ ਕਹਿੰਦਾ ਹੈ ਵੀ ਕੌਣ, ਮੈਂ ਜੱਟ ਸਿੱਖ ਹਾਂ ਜੀ, ਮੈਂ ਸਿੱਖ ਹਾਂ ਜੀ। ਵੀ ਸਿੱਖੀ ਤੇਰੇ ਪਿਓ ਦੀ ਥੋੜ੍ਹੀ ਹੈ। ਇਹ ਸਿੱਖੀ ਕੇਵਲ ਤੇ ਕੇਵਲ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਾਲਕ ਨੇ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਤਿਸ ਭਾਵੇ ਤਾਂ ਮੇਲ ਲੈ ਭਾਈ, ਉਹਨੂੰ ਭਾਵੇ ਤੇ ਆਪਣੇ ਨਾਲ ਮਿਲਾ ਲਵੇ। ਔਰ ਬਾਬਾ ਰਵਿਦਾਸ ਜੀ ਨੇ ਪਾਵਨ ਬਚਨ ਕਹੇ ਨੇ ਕਿ ਜਿਹੜੇ ਠੇਕੇਦਾਰ ਬਣ ਗਏ ਨੇ, ਇਸ ਗੱਲ ਨੂੰ ਜ਼ਰੂਰ ਸੁਣਨ ਤੋਂ ਸਮਝਣ ਕਿ ਆਪਣ ਬਾਪੈ ਨਾਹੀ ਕਿਸੇ ਕੋ, ਭਾਵਨ ਕੋ ਹਰ ਰਾਜਾ। ਭਈ ਇਹ ਰੱਬ ਤੁਹਾਡੇ ਪਿਓ ਦਾ ਥੋੜ੍ਹੀ ਹੈ। ਜੇ ਕਹਿ ਦੇ ਕਿ ਸਿੱਖੀ ਤੁਹਾਡੇ ਪਿਓ ਦੀ ਥੋੜ੍ਹੇ ਹੈ, ਉਹ ਤੇ ਜਿਹਨੂੰ ਭਾਵੇਂ ਉਹਨੂੰ ਦੇ। ਜੇ ਦਾਦੇ ਨੇ ਸਿੱਖੀ ਕਮਾਈ, ਦਾਦਾ ਸਿੱਖ ਹੈ। ਔਰ ਬਹੁਤ ਸਾਰੇ ਪਰਿਵਾਰ ਮਿਲਦੇ ਨੇ ਕਿ ਜਿਨ੍ਹਾਂ ਦੇ ਪਿਓ, ਦਾਦੇ, ਪੜਦਾਦੇ ਬਿਲਕੁਲ ਸਿੱਖੀ ਦੇ ਨੇੜੇ ਤੇੜੇ ਨਹੀਂ। ਔਰ ਇੱਕ ਤੇ ਗੱਲ ਹੁੰਦੀ ਨਾ ਸੁਣੀ ਸੁਣਾਈ, ਤੇ ਇਵੇਂ ਹਵਾ 'ਚ ਗੱਲ ਕੀਤੀ ਹੋਈ। ਸਾਡੇ ਆਪਣੇ ਪਿੰਡ, ਆਪਣੇ ਪਰਿਵਾਰ ਲਾਹੌਰੀ, ਆਪਣੇ ਰਿਸ਼ਤੇਦਾਰੀ ਦੇ ਵਿੱਚੋਂ ਚਾਚੇ ਲੱਗਦੇ ਨੇ। ਪੂਰਾ ਖਾਨਦਾਨ ਨੂੰ ਜਾਣਦੇ, ਸਿੱਖੀ ਕਿਤੇ ਨਹੀਂ ਸੀ। ਪਰ ਇਹ ਤਾਂ ਜਦੋਂ ਭਾ ਜਾਵੇ, ਜਿਹਨੂੰ ਭਾ ਜਾਵੇ ਕਿ ਸਾਰੇ ਸ਼ਰਾਬ ਪੀਣ ਵਾਲੇ। ਔਰ ਇਹ ਸ਼ਰਾਬ ਇੱਕ ਸ਼ਬਦ ਵਰਤਿਆ ਜਾਂਦਾ ਜਿਹੜੇ ਪੀਂਦੇ ਨੇ। ਲੋ ਜੀ, ਸ਼ਰਾਬ ਕਿਹੜਾ ਨਸ਼ਾ ਹੈ? ਉਹ ਨਸ਼ੇ ਨੂੰ ਮੰਨਦੇ ਹੀ ਨਹੀਂ। ਪਰ ਜਿਹੜੇ ਪੀਣ ਦੇ ਆਦੀ ਹੋ ਜਾਂਦੇ ਨੇ, ਤੁਸੀਂ ਦੇਖੋ ਜ਼ਿੰਦਗੀ ਤੇ ਬਰਬਾਦ ਹੋ ਜਾਂਦੀ, ਪਰ ਉਹ ਛੱਡ ਸਕਦੇ ਹੀ ਨਹੀਂ। ਨਸ਼ੇ ਦੇ ਆਦੀ ਹੋ ਕੇ ਛੱਡ ਸਕਦੇ ਹੀ ਨਹੀਂ। ਪਰ ਤਿਸ ਭਾਵੇ ਤਾਂ ਮੇਲ ਲੈ ਭਾਈ, ਉਹ ਸਿੱਖੀ ਦੀ ਦਾਤ ਉਹ ਰੱਬ ਪਰਮੇਸ਼ਰ ਦੇ ਗੁਰੂ ਦੇ ਹੱਥ ਵਿੱਚ ਹੈ। ਜੇ ਉਹਨੂੰ ਭਾਵੇ ਤੇ ਬਹੁਤ ਸਾਰੇ ਸਾਨੂੰ ਮਿਲਦੇ ਨੇ ਕਿ ਇਹਨਾਂ ਨਸ਼ਿਆਂ ਵਿੱਚ ਗਰਕ ਹੋਏ ਉਹ ਸਿੱਖ ਬਣੇ ਨੇ। ਸਿੱਖੀ ਦੀ ਦਾਤ ਉਹਨਾਂ ਨੂੰ ਮਿਲੀ ਹੈ। ਪਿਓ, ਦਾਦੇ, ਪੜਦਾਦੇ ਨੇ ਸਿੱਖੀ ਕਦੇ ਕਮਾਈ ਨਹੀਂ, ਪਰ ਅੱਗੇ ਪੁੱਤਰ ਪੁੱਤਰੇ ਉਹ ਗੁਰੂ ਦੇ ਸਿੱਖ ਬਣੇ ਨੇ। ਐਸਾ ਪਰਿਵਾਰ ਸੀ ਕਿ ਜਿਹੜਾ ਕਹਿੰਦਾ ਸੀ ਇਹ ਕਿਹੜਾ ਨਸ਼ਾ ਹੈ ਜੀ। ਉਹਨਾਂ ਦੇ ਵਿੱਚੋਂ ਇੱਕ ਜਿਹੜਾ ਗੁਰੂ ਘਰ ਦੇ ਵਿੱਚ ਜਾਣ ਵੀ ਲੱਗ ਗਿਆ, ਉਹਨੇ ਰੋਜ਼ ਨੇਮ ਵੀ ਬਣਾਇਆ ਕਿ ਜੇ ਸਵੇਰੇ ਸਵੇਰੇ ਨਹੀਂ ਤੇ ਜਦੋਂ ਵੀ ਕਿਤੇ ਉਹਨੇ ਸਕੂਲ ਜਾਣਾ, ਜਾਂ ਜਦੋਂ ਸਕੂਲ ਤੋਂ ਆਉਣਾ, ਜਦੋਂ ਟਾਈਮ ਮਿਲ ਜਾਣਾ, ਉਦੋਂ ਗੁਰਦੁਆਰੇ ਜਾ ਕੇ ਮੱਥਾ ਜ਼ਰੂਰ ਟੇਕਣਾ। ਮੱਥਾ ਵੀ ਟੇਕਣਾ, ਆਪਣੇ ਆਪ ਨੂੰ ਸਿੱਖ ਵੀ ਕਹਿਣਾ, ਕੇਸ ਵੀ ਰੱਖੇ ਨੇ, ਪਰ ਦੂਜਾ ਕੰਮ ਵੀ ਕਰੀ ਆਉਣਾ। ਸ਼ਰਾਬ ਵੀ ਪਿਓ ਦੇ ਨਾਲ ਬੈਠ ਕੇ ਪੀਣੀ, ਦੂਜਿਆਂ ਦੇ ਨਾਲ ਬੈਠ ਕੇ ਪੀਣੀ। ਔਰ ਉਹਨੇ ਕਿਤੇ ਕਥਾ ਸੁਣੀ ਤੇ ਕਥਾਕਾਰ ਕਥਾ ਕਰਦਾ ਹੋਇਆ ਕਹਿ ਰਿਹਾ ਸੀ ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਕੋਲ ਸਿੱਖ ਆਇਆ ਸੀ।
ਉਹਨੇ ਵੀ ਸਵਾਲ ਕੀਤਾ ਸੀ, ਸਤਿਗੁਰੂ ਜੀ ਬਾਣੀ ਵੀ ਪੜ੍ਹਦੇ ਹਾਂ, ਗੁਰੂ ਘਰ ਵੀ ਆਉਂਦੇ ਹਾਂ, ਔਰ ਝੂਠ ਬੋਲਣ ਲੱਗਿਆ ਸਮਝ ਵੀ ਲੱਗ ਜਾਂਦੀ ਕਿ ਝੂਠ ਬੋਲਣ ਲੱਗਿਆ। ਝੂਠ ਫਿਰ ਧੱਕੇ ਨਾਲ ਬੋਲਿਆ ਜਾਂਦਾ ਹੈ। ਸਾਰਾ ਕੁਝ ਕਰਨ ਦੇ ਬਾਵਜੂਦ ਵੀ ਮਨ ਦੇ ਵਿੱਚ ਵਿਕਾਰ ਬੜੇ ਹੁੰਦੇ ਨੇ। ਔਰ ਧੰਨ ਗੁਰੂ ਅਰਜਨ ਦੇਵ ਜੀ ਨੂੰ ਉੱਥੇ ਸਮਝਾਇਆ ਸੀ, ਭਾਈ ਸਿੱਖਾ ਕਿ ਦੇਖ, ਜੇ ਸਾਰਾ ਕੁਝ ਤੂੰ ਛੱਡਣਾ ਚਾਹੁੰਦਾ ਨਾ, ਇੱਕ ਕੰਮ ਕਰਿਆ ਕਰ, ਰੋਜ਼ ਸ਼ਾਮ ਨੂੰ ਸੌਣ ਤੋਂ ਪਹਿਲਾਂ ਇੱਕ ਕਾਗਜ਼ 'ਤੇ ਲਿਖ ਲਿਆ ਕਰ ਕਿ ਕਿੰਨੇ ਕੁ ਝੂਠ ਬੋਲੇ, ਕਿੰਨੇ ਕੁ ਮਨ ਵਿੱਚ ਪਾਪ ਆਏ, ਕਿਹਨੂੰ ਵੇਖ ਕੇ ਮਨ ਵਿੱਚ ਬੁਰਾ ਖਿਆਲ ਆਇਆ, ਕਿਸੇ ਦਾ ਰੁਪਈਆ ਪੈਸਾ ਜ਼ਮੀਨ ਵੇਖ ਕੇ ਬੁਰਾ ਖਿਆਲ ਆਇਆ। ਇਹਨੂੰ ਰੋਜ਼ ਲਿਖ ਲਿਆ ਕਰ। 7 ਭਜਨ ਕਰਕੇ ਚਲਾ ਗਿਆ ਜੀ। ਉਰੇ ਤਾਂ ਸਾਨੂੰ ਗੁਰਮਤਿ ਕਾਲਜਾਂ ਵਿੱਚ ਵੀ ਕਿਹਾ ਜਾਂਦਾ, ਆਪਣੀ ਡਾਇਰੀ ਲਾਓ ਭਾਈ, ਨਾ ਕਿਸੇ ਨੂੰ ਪੜ੍ਹਾਓ, ਆਪ ਪੜ੍ਹਦੇ ਕਰੋ। ਉਹ ਤੇ ਚਲਾ ਗਿਆ। ਜਦੋਂ ਮਹੀਨੇ ਬਾਅਦ ਆਇਆ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਭਾਈ ਰੋਜ਼ ਲਿਖਦਾ ਰਿਹਾ, ਸਤਿਗੁਰੂ ਜੀ ਲਿਖਦਾ ਰਿਹਾ, ਲੈ ਕੇ ਆਇਆ ਹੈ। ਸਤਿਗੁਰੂ ਜੀ ਲੈ ਆਇਆ, ਕਹਿੰਦੇ ਖੋਲ, ਭਾਂਡੇ ਨੂੰ ਮੂੰਹ ਦਾ ਮਾਰ ਸੰਗਤ ਵਿੱਚ ਪੜ੍ਹ ਕੇ ਸੁਣਾ। ਔਰ ਜਿਵੇਂ ਦੇ ਵਿਕਾਰ ਅੰਦਰ ਹੁੰਦੇ ਨੇ ਸੰਗਤ ਵਿੱਚ ਪੜ੍ਹ ਕੇ, ਇਹ ਤਾਂ ਕੋਈ ਬੜਾ ਸੂਰਬੀਰ ਯੋਧਾ ਹੋਵੇ ਤੇ ਪੜ੍ਹ ਸਕਦਾ ਹੈ। ਉਵੇਂ ਦੀਆਂ ਗੱਲਾਂ ਤੇ ਆਪਣੇ ਘਰਦਿਆਂ ਤੋਂ ਬੰਦਾ ਲੁਕਾਉਂਦਾ ਤੇ ਕਿਸੇ ਦੇ ਸਾਹਮਣੇ ਕਿੱਥੇ। ਖੈਰ ਸਤਿਗੁਰੂ ਜੀ ਨੇ ਸਮਝਾਇਆ ਵੀ ਸਾਰਿਆਂ ਦੇ ਸਾਹਮਣੇ ਪੜ੍ਹ। ਔਰ ਮੈਂ ਤਾਂ ਕਹਿੰਦਾ, ਜੇ ਸਾਰਿਆਂ ਦੇ ਸਾਹਮਣੇ ਨਹੀਂ ਪੜ੍ਹ ਸਕਦਾ, ਕਿਤੇ ਇਕਾਂਤ ਵਿੱਚ ਬੈਠ ਕੇ ਗੁਰੂ ਦੇ ਕੋਲ ਹੀ ਆ ਕੇ ਪੜ੍ਹ ਲੈ, ਗੁਰੂ ਦੇ ਨਾਲ ਹੀ ਸਾਂਝ ਪਾ ਲੈ। ਔਰ ਉਹਨੇ ਇਹ ਸੁਣੀ ਕਿ ਜੇ ਸਾਰਿਆਂ ਦੇ ਸਾਹਮਣੇ ਨਹੀਂ ਪੜ੍ਹ ਸਕਦਾ, ਗੁਰੂ ਦੇ ਕੋਲ ਤੇ ਪੜ੍ਹ ਸਕਦਾ ਹੈ ਨਾ। ਔਰ ਗੁਰੂ ਸਾਹਿਬ ਨੇ ਤੇ ਪਾਵਨ ਬਚਨ ਵੀ ਕਹੇ ਨੇ ਕਿ ਉਹਦੇ ਕੋਲ ਆ ਕੇ ਪੜ੍ਹ, ਜੇ ਕਿਸੇ ਨੂੰ ਨਹੀਂ ਸੁਣਾ ਸਕਦਾ, ਉਹਦੇ ਕੋਲ ਤੇ ਗੁੱਝੀ ਗੱਲ ਵੀ ਸੁਣਾ ਸਕਦਾ ਹੈ ਨਾ। ਕਿ ਗੋਹਜ ਗੱਲ ਜੀ ਕੀ ਕੀਜੈ ਸਤਿਗੁਰ ਪਾਸ, ਤੇ ਸਰਬ ਸੁਖ ਪਾਈਏ। ਗੁਰੂ ਦੇ ਕੋਲੋਂ ਗੁੱਝੀ ਗੱਲ ਗੁਰੂ ਕੋਲ ਤੇ ਕਰ ਸਕਦਾ ਹੈ। ਬਸ ਉਹ ਕਹਿੰਦਾ ਗੁਰੂ ਦਾ ਪਿਆਰਾ ਕਿ ਇੱਕ ਦਿਨ ਗੁਰਦੁਆਰੇ ਗਿਆ, ਸੇਵਾਦਾਰ ਵੀ ਨਹੀਂ ਸੀ, ਬਸ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਅਰਦਾਸ ਹੀ ਕੀਤੀ। ਔਰ ਉਹ ਦਿਨ ਗਿਆ ਕਿ ਸ਼ਾਮ ਨੂੰ ਸ਼ਰਾਬ ਦੇ ਭਾਵੇਂ ਸਾਹਮਣੇ ਆਈ, ਪਰ ਸਮਾਂ ਹੀ ਨਹੀਂ ਮਿਲਿਆ। ਇੱਕ ਦਿਨ ਲੰਘ ਗਿਆ, ਦੂਜੇ ਦਿਨ ਸਾਹਮਣੇ ਘਰ ਦੇ ਪੀਂਦੇ ਰਹੇ, ਪਿਓ ਪੀਂਦਾ ਰਿਹਾ, ਪਰ ਚੇਤੇ ਨਹੀਂ ਕੀਤਾ। ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਅੰਦਰ ਦੀ ਗੱਲ ਕਹਿ ਤੇ ਸਹੀ। ਔਰ ਗੁਰੂ ਕਿਰਪਾ ਕਰਦੇ ਨੇ, ਕਿਉਂਕਿ ਸਤਿਗੁਰੂ ਜੀ ਸੁਣਦੇ ਵੀ ਨੇ ਔਰ ਬੋਲਦੇ ਵੀ ਨੇ। ਇਹ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ। ਔਰ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਸੀ ਕਿ ਜਿਹੜੀ ਸਿੱਖੀ ਹੈ ਨਾ, ਇਹ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ। ਕਿ ਜਿਵੇਂ ਪਿਓ ਦੀ ਜਾਇਦਾਦ ਹੈ, ਜ਼ਮੀਨ ਹੈ, ਕੋਈ ਕਾਰੋਬਾਰ ਹੈ, ਇਹ ਤਾਂ ਕਾਨੂੰਨੀ ਹੱਕ ਵੀ ਨਾ ਵੀ ਉਹਦੇ ਤੋਂ ਬਾਅਦ ਉਹਦੇ ਧੀਆਂ ਪੁੱਤਰਾਂ ਦਾ ਹੋਏਗਾ, ਪਰਿਵਾਰ ਦਾ ਹੋਏਗਾ। ਪਰ ਸਿੱਖੀ ਜ਼ਮੀਨ ਵਰਗੀ ਨਹੀਂ। ਸਿੱਖੀ ਤੇ ਸੂਰਜ ਦੀ ਕਿਰਨਾਂ ਦੀ ਤਰ੍ਹਾਂ ਹੈ। ਕਿਉਂਕਿ ਜੇ ਸੂਰਜ ਹੈ ਤੇ ਕਿਰਨ ਧਰਤੀ 'ਤੇ ਆਏਗੀ, ਐਵੇਂ ਤਾਂ ਕਦੇ ਨਹੀਂ ਨਾ ਹੋਇਆ ਸੂਰਜ ਦੀਆਂ ਕਿਰਨਾਂ ਧਰਤੀ 'ਤੇ ਪੈਂਦੀਆਂ ਹੁਣ ਤਾਂ ਸੂਰਜ ਹੋਵੇ ਹੀ ਨਾ। ਬਸ ਸਿੱਖੀ ਇਸੇ ਤਰ੍ਹਾਂ, ਜੇ ਤੇਰੇ ਅੰਦਰ ਸਿੱਖੀ ਹੈ, ਤੂੰ ਗੁਰੂ ਦੇ ਚਰਨਾਂ 'ਤੇ ਲੱਗਿਆ, ਗੁਰੂ ਨੂੰ ਆਪਣਾ ਮੰਨਿਆ ਹੈ, ਤੇ ਭਾਈ ਤੂੰ ਸਿੱਖ ਹੈ। ਭਾਵੇਂ ਦਾਦੇ ਨੇ ਪਿਓ ਨੇ ਸਿੱਖੀ ਨਹੀਂ ਕਮਾਈ, ਜੇ ਉਹਨਾਂ ਨੇ ਸਿੱਖੀ ਕਮਾਈ ਸੀ, ਉਹ ਸਿੱਖ ਨੇ। ਇੱਥੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਭਾਈ ਤਿਸ ਭਾਵੇਂ ਤਾਂ ਮੇਲ ਲੈ ਭਾਈ। ਇਹ ਉਹਦੀ ਦਾਤ ਹੈ, ਆਪ ਚਾਹੇ। ਔਰ ਜਿਹੜੇ ਕਦੇ ਸੋਚ ਵੀ ਨਹੀਂ ਸਕਦੇ ਅਸੀਂ ਸਿੱਖੀ ਵਾਲੇ ਪਾਸੇ ਲੱਗਾਂਗੇ। ਔਰ ਗੁਰੂ ਸਾਹਿਬ ਨੇ ਉਸ ਸੇਵਕ ਨੂੰ, ਉਸ ਸਿੱਖ ਨੂੰ ਸਿੱਖੀ ਦੀ ਦਾਤ ਦਿੱਤੀ। 6 ਮਹੀਨੇ ਉਹਨੇ ਪਹਿਲਾਂ ਅਭਿਆਸ ਕੀਤਾ ਕਿ ਦੁਬਾਰੇ ਪੀਣ ਨੂੰ ਚਿੱਤ ਤੇ ਨਾ ਕਰੇ। 6 ਮਹੀਨੇ ਅਭਿਆਸ ਕੀਤਾ, ਖੰਡੇ ਬਾਟੇ ਦੀ ਪੌੜ ਵੀ ਨਹੀਂ। ਔਰ ਅੱਜ ਵੀ ਸ਼ਾਇਦ ਅੱਗੇ ਉਹਦਾ ਧੀ ਪੁੱਤਰ ਵੀ ਕੋਈ ਨਹੀਂ ਇਸ ਪਾਸੇ ਲੱਗਿਆ, ਵੱਡਿਆਂ ਵੱਲੋਂ ਵੀ ਕੋਈ ਨਹੀਂ ਸੀ, ਪਰ ਉਹ ਸਿੱਖੀ ਦੇ ਵਿੱਚ ਅੱਜ ਵੀ ਉਹ ਨਿਤਨੇਮ ਦੇ ਵਿੱਚ ਵੀ ਪੱਕਾ, ਖੰਡੇ ਬਾਟੇ ਦੀ ਪੌੜ ਵੀ ਹੈ। ਇਹ ਤੇ ਉਹਨੂੰ ਭਾਵੇਂ ਜਿਹਨੂੰ ਭਾਵੇਂ ਉਹ ਆਪਣੇ ਨਾਲ ਮਿਲਾ ਲੈਂਦਾ ਹੈ। ਤਿਸ ਭਾਵੇਂ ਤਾਂ ਮੇਲ ਲੈ ਭਾਏ, ਹਿਰਦੈ ਨਾਮ ਨਿਵਾਸ। ਗੁਰਮੁਖ ਕਮਲ ਪਰਗਾਸੀਐ ਭਾਈ, ਹਿਰਦੈ ਹੋਵੈ ਪਰਗਾਸ। ਸਤਿਗੁਰੂ ਕਹਿੰਦੇ ਨੇ ਜਿਹੜਾ ਗੁਰਮੁਖ ਹੋਵੇ ਭਾਈ, ਕਮਲ ਦੀ ਤਰ੍ਹਾਂ, ਜਿਵੇਂ ਕੌਲ ਦਾ ਫੁੱਲ ਖਿੜਦਾ ਨਾ, ਹਿਰਦੈ ਕਮਲ ਪਰਗਾਸੀ ਹੈ।
कौल का फुल सूरज नूं वेख के प्रकाश हुंदा है, खिड़ा हुंदा है। तो जिहड़ा गुरमुख हो जाए, गुरु के सन्मुख हो जाए, उन्होंने गुरु के बचन सुन के अंदर प्रकाश मिलता है, चानण मिलता है। प्रगट भया प्रताप प्रभ भाए, मौलिया धरत आकाश। उस रब परमेश्वर का प्रताप प्रगट रूप विच है, सारी धरती दे विच मौलिया होया, जन जन दे विच सब में जोत जोत है, सोए सारिਆਂ दे विच है। गुर पूरे संतोखिया भाई, निश्चल पाया थाऊ। कहते गुर पूरे संतोखिया भाई, अहनस लागा पाओ। जो गुर दे रारे नूं फिर सियारी है, गुरु ने पूरे गुरु ने जो संतोख बख्शिया, अहनस लागा पाओ, उदों दिन रात भाओ प्रेम उनके परमेश्वर के चरणों में लग्या। और इस संतोख तो बिना कोई राजदा नहीं। गुरु साहब ने पावन बचन कहे ने, बिना संतोख नहीं को राज है। जदों गुरु ने संतोख बख्शिया, दिन रात भाओ प्रेम लग्या। रसना राम रवै सदा भाई, साचा साध सुवाओ। तो जदों प्रेम लग जाए फिर रसना राम रवै। ये रसना हर वेले राम नूं जपदी है, उहदे विच रम जाती है। साचा साध सुवाओ, इस रसना ने अज तक बड़े स्वाद चखे सन, पर यह स्वाद जदों चख्या, इस स्वाद वर्गा स्वाद कदे आया ही नहीं। करने सुन सुन जीविया पाए, निश्चल पाया थाऊ। तो हुण जदों गुरु ने अपना बना लिया, गुरु वाले बन गए। करने सुन सुन जीविया पाई, करनी दा अर्थ है कन्ना दे नाल। हुण ते इवें दा बन गया जीवन के कन्ना दे नाल सुन सुन के लगता है कि जीवन है। करने सुन सुन जीविया भाई, निश्चल पाया थाऊ। क्योंकि हुण पक्का ठिकाना मिल गया ना, एक गुरु दे लड़ लग गए। जिस प्रतीत न आवे भाई, सूझीड़ा जल जाओ। पर इन्हां गल्लां दी जिन्हों प्रतीत ही ना हो, भरोसा ही ना हो, वो जिन ते सड़ती है। क्योंकि जे प्रतीत नहीं ना, कहन नूं आपां अपने आप नूं भावें सिख कही चलीए, पर सतगुर जी ने पावन बचन कहे ने कि जे सतगुर के प्रतीत न आईया, भावे 100 गेड़ा आवो जाओ। भाई जे प्रतीत ही नहीं, भरोसा ही नहीं, फिर तो गेड़े ही नहीं जिन्ने मर्जी मार लो। पर सतगुर के प्रतीत उन्होंने आती है कि भाई जिन्हों के अंदर नाम का निवास है। जिस प्रतीत न आवे भाई, सूझेड़ा जल जाओ। बहु गुण मेरे साहिब भाई, हों तिस कै बल जाओ। मेरे गुरु दे विच, मेरे रब दे विच बड़े गुण ने, इस कर अपने गुरु तो बल जाइए। और सतगुर जी ने पावन बचन कहे ने, बलहारी गुरु अपने दिहाड़ी सदवार। जिन मानस ते देवते किए, करत न लागी वार। वो किहड़े संत नूं कदों अपना बना ले, जिन्होंने लोग कहते सन सिक्खी कदे आ ही नहीं सकती, कदों सिख बना ले। वो दैवी गुण कदों परदे ये करदे वार नहीं लगती, समा नहीं लगता। इस करके उहदे तो बलहार जाइए। हुण सतगुर जी ने किरपा की, उहदे तो बल जाओ, बलहार जावा। वो निर्गुण यारे पालदा भाई, दे निथावें थाओ। इस करके बलहार जाना है कि जिन्हां कोल कोई भी गुण नहीं, निर्गुण यारे ने, उन्होंने भी पालदा है। जिन्होंने किते थाव नहीं, उन्होंने अपने चरणों में थां दिंदा है। वो निथावियां दा थां है। रिजक संभाए सास सास पाए, कूड़ा जा का नाओ। वो हर एक सवास दे नाल हर थां ते हर किसी नूं रिजक पड़ा रहा है। जिस गुर साचा पेटिया भाई, पूरा तिस करमाओ। जिन्हों पूरा गुरु मिल जाए, जेडे पूरे गुरु नूं प्राप्त कर लैण, पूरे गुरु वाले बन जाण, कहते पूरा तिस करमाओ। असल में उनके कर्म, उनके भाग भी वड्डे ने, पूरे ने। तिस बिन घड़ी न जीविया भाई, सर्ब कला भरपूर। सतगुर जी कहते हैं भाई वो जो सारिया ताकतों के नाल भरपूर है, समर्थ है। जदों अपना बना लवे फिर हालत बनती, उनके तो बिना एक घड़ी भी लगता कि जीवन नहीं। सास गिरास न विसरै भाई, पेखो सदा हजूर। हुण सास गिरास कदे भुलदा ही नहीं, हर वेले हाजर नाजर वो महसूस होता है। साधु संग मिलाया भाई, सर्ब रहा भरपूर है। तो सर्ब रहा भरपूर सारे दे विच है,
समाया होया है। पर कहते साधु संग मिलाया पाई, एक गुरु दे संगत ने मिला दिता, गुरु की संगत करके मिलाप हो गया। जिन्ना प्रेत न लगियां पाए से नित नित मरदे चूर, जिन्हों का प्रेम कदे बड़े ही नहीं फिर चूर चूर के मरते ने। अंचर लाए तराया पाए भौजल दुख संसार, ये संसार जिहड़ा दुखों के नाल भरिया होया दुखों का सागर है, गुरु ने अपना पल्ला फड़ के फड़ा के इस भाव सागर तो पार कर लिया। अंचल लाए तराया पाए भौजल दुख संसार, कर कृपा नदर निहालिया पाए कीतुन अंग अपार। गल फिर गुरु साहब जी नदर की कृपा की करते हैं कि कर कृपा नदर निहालिया पाई, अपनी कृपा करके जो नज़र कृपा की मारी कीतुन अंग अपार, अपना अंग ही बना लिया, अपने नाल ही मिला लिया। मन तन शीतल होया पाए भोजन नाम आधार, तो जो गुरु ने अपना अंग बना लिया फिर मन भी तो तन भी शीतल हो गया। फिर मन भी नहीं भड़कता तो तन में भी भड़कावट नहीं, फिर तन भी शीतल है। कहते तन मन शीतल होया भाई, तो किवें शीतल हो गया। भोजन नाम आधार, अपने आत्मिक जीवन की खुराक नाम नूं बना लिया। आधार भोजन जिहड़ा है नाम नूं बना लिया। नानक तिस शरणागते पाए, जे किल विख घाटन हार। अखीर ते सतगुरु धन गुरु अर्जन देव जी फिर बख्शिश करते हैं भाई, असीं उनकी शरण में आए हैं जिहड़े सारे किल विख दुखों नूं पापां नूं कट्टण दे समर्थ है, कट्टण वाला है। सतगुरु जी कृपा करन हुई है, भुल्लां दी खिमा। आओ 1-2 मिनट होर रसना दे नाल हाजिरी लवाइए, फिर समाप्ति है जी। वाहेगुरु 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 वाहेगुरु।